ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਅੱਜ ਵੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। जी शुक्रिया नंदप्रीत जी, सत श्री अकाल जी। ਪੰਨੂ ਸਾਹਿਬ ਅੱਜ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਸਾਰਾਗੜੀ ਦਿਵਸ ਹੈ ਜੀ ਅੱਜ, ਉਹਦੇ ਬਾਰੇ ਚੰਦ ਸ਼ਬਦ ਜੇ ਤੁਸੀਂ ਕਹੋ। नंदप्रीत जी, ਜਿਹੜੀ ਸਾਰਾਗੜੀ ਦੀ ਲੜਾਈ ਹੈ, ਜਿੰਨਾ ਕੁ ਮੈਨੂੰ ਯਾਦ ਹੈ 1897 ਵਿੱਚ ਹੋਈ ਜੀ। 21 ਸਿੱਖ ਫੌਜੀ ਸਨ ਜਿਹੜੇ 36 ਸਿੱਖ ਰੈਜੀਮੈਂਟ ਨਾਲ ਸੰਬੰਧਿਤ ਸਨ ਜੀ। ਉਹਨਾਂ ਨੂੰ ਬਿਲਕੁਲ ਜਿੱਥੇ ਜਾ ਕੇ ਪੰਜਾਬ ਖਤਮ ਹੋ ਜਾਂਦਾ ਤੇ ਅਗਲੇ ਪਾਸੇ ਦੂਸਰੇ ਕਬਾਇਲੀ ਇਲਾਕੇ ਸ਼ੁਰੂ ਹੋ ਜਾਂਦੇ ਸੀ ਜੀ। ਪੰਜਾਬ ਦਾ ਮਤਲਬ ਹੋਣ ਵਾਲਾ ਪੰਜਾਬ ਨਹੀਂ, ਪਾਕਿਸਤਾਨੀ ਪੰਜਾਬ ਮਿਲਾ ਕੇ ਉੱਥੇ ਜਾ ਕੇ ਇੱਕ ਇਲਾਕੇ ਵਿੱਚ ਇੱਕ ਥਾਂ ਦੇ ਉੱਤੇ ਕਬਾਇਲੀਆਂ ਨੇ ਘੇਰਾ ਪਾ ਲਿਆ। ਲੜਾਈ ਉਹਨਾਂ ਨੇ ਭਾਵੇਂ ਅੰਗਰੇਜ਼ ਵਾਸਤੇ ਲੜੀ, ਪਰ ਅਸਲ ਵਿੱਚ ਉਹਨਾਂ ਦੀ ਉਸ ਫਰਜ਼ ਦੀ ਲੜਾਈ ਸੀ ਜਿਹਦੇ ਵਾਸਤੇ ਉਹਨਾਂ ਵਰਦੀ ਪਾਈ ਸੀ, ਜਿਹਦੇ ਵਾਸਤੇ ਉਹਨਾਂ ਨੇ ਸਹੁੰ ਚੁੱਕੀ ਸੀ। ਤੇ ਫਿਰ ਉਸ ਮੌਕੇ ਦੇ ਉੱਤੇ ਉਹਨਾਂ ਆਪਣੇ ਫਰਜ਼ ਦੀ ਖਾਤਰ ਇਹ ਸੋਚ ਕੇ ਕਿ ਹੁਣ ਮੈਦਾਨ 'ਚੋਂ ਭੱਜਣਾ ਸਾਡੇ ਲਈ ਮਿਹਣਾ ਹੋਵੇਗਾ ਜੀ, ਅਰਦਾਸ ਕੀਤੀ ਤੇ ਅਰਦਾਸ ਦੇ ਨਾਲ ਜੂਝਦੇ ਰਹੇ ਤੇ ਅਖੀਰ ਤੱਕ ਹਜ਼ਾਰਾਂ ਦਾ ਉਹਨਾਂ ਨੂੰ ਘੇਰਾ ਪਿਆ ਸੀ। ਇਹ ਸਾਰੇ 21 ਜਣੇ ਸਨ। ਜਿੱਡੀ ਜਾਨ ਹੁਲਵੀਂ ਲੜਾਈ ਇਹਨਾਂ ਨੇ ਕੀਤੀ। ਦੁਨੀਆ ਦੀਆਂ ਜਿਹੜੀਆਂ 94 5-6 ਲੜਾਈਆਂ ਗਿਣੀਆਂ ਜਾਂਦੀਆਂ, ਉਹਨਾਂ ਲੜਾਈਆਂ ਦੇ ਇਤਿਹਾਸ ਵਿੱਚ ਸਾਰਾਗੜੀ ਦਾ ਇਤਿਹਾਸ ਸ਼ਾਮਲ ਹੈ। ਦੁਨੀਆ ਭਰ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਜਦੋਂ ਆਪਣੀਆਂ ਫੌਜਾਂ ਨੂੰ ਉਹ ਜੰਗਾਂ ਬਾਰੇ ਪੜ੍ਹਾਉਂਦੇ ਆ, ਇਨਫੈਂਟਰੀ ਬਾਰੇ ਪੜ੍ਹਾਉਂਦੇ ਆ, ਜਿਹੜੀ ਮੈਦਾਨੀ ਹੱਥੋਂ ਹੱਥੀ ਦੀ ਲੜਾਈ ਬਾਰੇ ਪੜ੍ਹਾਉਂਦੇ ਆ ਜੀ, ਤੇ ਉਸ ਇਤਿਹਾਸ ਦੇ ਵਿੱਚ ਇੰਗਲੈਂਡ ਵਿੱਚ ਵੀ ਤੇ ਅਮਰੀਕਾ ਵਿੱਚ ਵੀ ਤੇ ਹੋਰ ਦੇਸ਼ਾਂ ਵਿੱਚ ਵੀ ਸਾਰਾਗੜੀ ਦੀ ਲੜਾਈ ਦਾ ਇਤਿਹਾਸ ਪੜ੍ਹਾਇਆ ਜਾਂਦਾ। ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਉਸ ਪੰਜਾਬ ਵਿੱਚ ਬੈਠੇ ਹਾਂ ਜਿੱਥੋਂ ਦੇ ਉਹ ਸਾਰਾਗੜੀ ਦੇ ਸ਼ਹੀਦ ਸਨ, ਪਰ ਸਾਡੇ ਲੋਕਾਂ ਨੂੰ ਬਹੁਤਾ ਅਸੀਂ ਦੱਸ ਨਹੀਂ ਸਕੇ ਕਿ ਸਾਰਾਗੜੀ ਦੀ ਲੜਾਈ ਅਸਲ ਵਿੱਚ ਕੀ ਸੀ। ਸਾਡੇ ਕੋਲ ਹਰ ਚੀਜ਼ ਰਾਜਨੀਤਿਕ ਰੰਗ ਅਖਤਿਆਰ ਕਰ ਜਾਂਦੀ ਹੈ ਤੇ ਸਾਰਾਗੜੀ ਦੀ ਲੜਾਈ ਵੀ ਰਾਜਨੀਤਿਕ ਰੰਗ ਕਈ ਵਾਰ ਅਖਤਿਆਰ ਕਰ ਚੁੱਕੀ ਹੈ। ਇਹਦੀ ਯਾਦਗਾਰ ਬਣਾਈ ਗਈ ਆ। ਉਸ ਯਾਦਗਾਰ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਆੜੇ ਆਉਂਦੀ ਰਹੀ ਹੈ। ਅੱਜ ਹੁਣ ਅਖਬਾਰਾਂ ਵਿੱਚ ਖਬਰ ਆ ਗਈ ਆ ਕਿ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਯਾਦਗਾਰ ਬਣਾਉਣ ਵਾਸਤੇ 1 ਕਰੋੜ ਰੁਪਏ ਫੰਡ ਜਾਰੀ ਕੀਤਾ ਸੀ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਤੇ ਆਪ ਸਾਰਾਗੜੀ ਦੀ ਪ੍ਰਸ਼ੰਸਾ ਕਰਨ ਵਾਲਿਆਂ 'ਚੋਂ ਸੀ। ਇਹਦੇ ਬਾਵਜੂਦ ਕਾਗਜ਼ਾਂ 'ਚ ਫੰਡ ਜਾਰੀ ਕਰ ਦਿੱਤਾ। ਅਗਲੇ ਸਾਲ 2019 'ਚ ਫਿਰ ਚਰਚਾ ਹੋ ਗਈ ਕਿ ਉਹ ਫੰਡ ਲੱਗਾ ਨਹੀਂ ਜੀ। ਉਹ ਫੰਡ ਕਹਿੰਦੇ ਅੱਜ ਤੱਕ ਵੀ ਲੱਗਾ ਨਹੀਂ। ਜਿਹੜੀ ਕੌਮ ਇਹੋ ਜਿਹੇ ਮਾਮਲਿਆਂ ਵਿੱਚ ਵੀ ਰਾਜਨੀਤੀ ਤੇ ਅਫਸਰਸ਼ਾਹੀ ਦੇ ਹਰਬਿਆਂ ਦਾ ਸ਼ਿਕਾਰ ਹੁੰਦਿਆਂ ਆਪਣੇ ਆਪ ਨੂੰ ਬਰਦਾਸ਼ਤ ਕਰ ਲੈਂਦੀ ਆ, ਖਜ਼ਾਨੇ ਵਿੱਚੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਪੈਸਿਆਂ ਵਿੱਚੋਂ ਜਿਹੜੇ ਪੈਸੇ ਇੱਕ ਮੁੱਖ ਮੰਤਰੀ ਨੇ ਜਾਰੀ ਕੀਤੇ ਆ ਕਿ ਜੰਗੀ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਆ, ਜੇ ਉਹ ਪੈਸੇ ਵੀ ਟਿਕਾਣੇ ਨਹੀਂ ਪਹੁੰਚਦੇ ਤੇ ਇਹਦੇ ਕਾਰਨ ਲੱਭਣੇ ਚਾਹੀਦੇ ਆ। ਤੇ ਇਕੱਲੇ ਕਾਰਨ ਨਹੀਂ, ਕਰਤੇ ਵੀ ਲੱਭਣੇ ਚਾਹੀਦੇ ਆ ਜਿਨ੍ਹਾਂ ਦੀ ਕਰਤੂਤ ਹੈ ਕਿ ਉਹਨਾਂ ਨੇ ਫੰਡ ਲੁਕਾ ਛੱਡੇ, ਰੋਕ ਛੱਡੇ ਤੇ ਟਿਕਾਣੇ ਤੱਕ ਨਹੀਂ ਸਨ ਪਹੁੰਚਣ ਦਿੱਤੇ। ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਯਾਦਗਾਰਾਂ ਇਹਨਾਂ ਨੂੰ ਸੰਭਾਲਿਆ ਜਾਣਾ ਚਾਹੀਦਾ। ਅਸੀਂ ਤਾਂ ਜਲਿਆਂਵਾਲੇ ਬਾਗ ਦੀ ਯਾਦਗਾਰ ਦੇ ਨਾਲ ਵੀ ਖਿਲਵਾੜ ਹੁੰਦਾ ਵੇਖ ਕੇ ਚੁੱਪ ਕਰ ਗਏ ਹਾਂ। ਉੱਥੇ ਕੀ ਦਾ ਕੀ ਬਣ ਗਿਆ। ਜੇ ਇਹੋ ਹਾਲਾਤ ਰਹੇ ਤੇ ਅਗਲੀਆਂ ਪੀੜ੍ਹੀਆਂ ਤੱਕ ਅਸਲੀ ਇਤਿਹਾਸ ਪਹੁੰਚ ਨਹੀਂ ਸਕਣਾ ਜੀ। ਅੱਛਾ ਪੰਨੂ ਸਾਹਿਬ, ਅਗਲੀ ਖਬਰ ਵੱਲ ਜਾਣਾ ਚਾਹਾਂਗੇ। ਅਗਲੀ ਖਬਰ ਹੈਗੀ ਹੈ ਤਖਤ ਸ੍ਰੀ ਪਟਨਾ ਸਾਹਿਬ ਸਾਬਕਾ ਜਥੇਦਾਰ ਸਾਹਿਬ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਇਹ ਪੂਰਾ ਮਾਮਲਾ ਕੀ ਹੈ ਜੀ, ਤੇ ਤਨਖਾਹੀਆ ਕਰਾਰ ਕਿਉਂ ਦੇਣਾ ਪੈ ਗਿਆ? ਇੱਥੇ ਜਲੰਧਰ ਦੇ ਲਾਗੇ ਇੱਕ ਡਾਕਟਰ ਗੁਰਵਿੰਦਰ ਸਿੰਘ ਸਮਰਾ ਜੀ, ਉਹ ਖੈਰ ਆਪਣੇ ਆਪ 'ਚ ਬੜਾ ਸੁਲੱਖਣਾ ਬੰਦਾ, ਪਹਿਲਾਂ ਵੀ ਚਰਚਿਆਂ 'ਚ ਰਿਹਾ। ਉਸ ਬੰਦੇ ਨਾਲ ਤਖਤ ਪਟਨਾ ਸਾਹਿਬ ਉੱਥੋਂ ਦੇ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਦੀ ਪਤਾ ਨਹੀਂ ਕਿਸ ਤਰ੍ਹਾਂ ਸਾਂਝ ਪੈ ਗਈ ਜੀ। ਆਉਂਦਿਆਂ ਜਾਂਦਿਆਂ ਹਰ ਵਾਰੀ ਇਹਨਾਂ ਦਾ ਡੇਰਾ ਉਹਦੇ ਹਸਪਤਾਲ 'ਚ ਹੁੰਦਾ ਸੀ।
ਜਲੰਧਰ ਤੋਂ ਜਾਓ ਤੇ ਕਰਤਾਰਪੁਰ ਨਿਕਲਦੇ ਸਾਰ ਹੀ ਜਦੋਂ ਭੁਲੱਥ ਵਾਲਾ ਰਾਹ ਮੁੜਨ ਲੱਗਦਾ ਉੱਥੇ ਨੁੱਕਰ ਤੇ ਉਹਦਾ ਹਸਪਤਾਲ ਹੈ। ਇਹ ਆਉਂਦੇ ਜਾਂਦੇ ਉੱਥੇ ਰੁਕਦੇ ਸੀ। ਉਹਨੇ ਆਖਿਆ ਜੀ ਮੈਂ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ, ਮੈਂ ਚਾਹੁੰਦਾ ਤਖਤ ਪਟਨਾ ਸਾਹਿਬ ਸੋਨੇ ਦੀ ਪਾਲਕੀ ਸਾਹਿਬ ਹੋਵੇ, ਸੋਨੇ ਦਾ ਚੌਰ ਹੋਵੇ, ਸੋਨੇ ਦੀ ਕਲਗੀ ਹੋਵੇ, ਸੋਨੇ ਦਾ ਸ੍ਰੀ ਸਾਹਿਬ ਹੋਵੇ, ਹੀਰੇ ਜੜੇ ਹੋਣ, ਮੈਂ 2-4 ਕਰੋੜ ਰੁਪਈਆ ਸਹਿਜ ਭਾਈ ਲਾ ਸਕਦਾ। ਇਹਨਾਂ ਨੇ ਕਹਿ ਦਿੱਤਾ ਲਾ ਦੇ। ਮੁੜ ਕੇ ਉਹ ਲਾਉਣ ਚਲਾ ਗਿਆ। ਸੰਗਤ ਨੇ ਵਿਰੋਧ ਕੀਤਾ ਕਿ ਪਹਿਲੀ ਇਤਿਹਾਸਕ ਪਾਲਕੀ ਜਿਹੜੀ ਆ ਉਹ ਕਿਤੇ ਮਾੜੀ ਹੈ, ਉਹ ਮੰਜੀ ਸਾਹਿਬ, ਉਹ ਪੀੜਾ ਸਾਹਿਬ ਉੱਥੋਂ ਕਿਉਂ ਚੁੱਕਿਆ ਜਾ ਰਿਹਾ। ਇਹਦੇ ਉੱਤੇ ਵਿਰੋਧ ਵਿੱਚ ਗੱਲਾਂ ਆਈਆਂ ਤੇ ਨਾਲ ਫਿਰ ਦੱਸਿਆ ਗਿਆ ਕਿ ਇਸ ਸੱਜਣ ਨੇ, ਇਸ ਸਿੱਖ ਨੇ ਬੜੀ ਨਿਮਰਤਾ ਨਾਲ ਸੇਵਾ ਕੀਤੀ ਤੇ ਇੰਨਾ ਸੋਨਾ ਚੜਾਤਾ। ਮੈਨੂੰ ਨਹੀਂ ਪਤਾ ਉਹਦੇ ਕੋਲ ਸੋਨਾ ਇੰਨਾ ਪੈਸਾ ਪੂਸਾ ਕਿੱਥੋਂ ਆਇਆ, ਉਹ ਜਾਣਦਾ ਹੋਊ, ਉਹਦਾ ਇਨਕਮ ਟੈਕਸ ਉਹਦਾ ਹਿਸਾਬ ਕਿਤਾਬ ਰੱਖਣ ਵਾਲੇ ਜਾਣਦੇ ਹੋਣਗੇ। ਪਰ ਸਵਾਲ ਇਹ ਸੀ ਕਿ ਜੇ ਉਹਨੇ ਇੰਨਾ ਕੁਛ ਦਿੱਤਾ, ਉਹਨੇ ਅਸਲੀ ਦਿੱਤਾ ਕਿ ਨਹੀਂ ਦਿੱਤਾ, ਉਹ ਬੰਦੇ ਦਾ ਪਿਛਲਾ ਕਿਰਦਾਰ ਕੀ ਹੈ, ਉਹ ਸਾਰਾ ਕੁਝ ਚੈੱਕ ਕੀਤੇ ਬਗੈਰ ਉਹਦੇ ਪੱਖ ਵਿੱਚ ਉੱਥੋਂ ਇੱਕ ਹੁਕਮਨਾਮਾ ਜਾਰੀ ਕਰਕੇ ਉਹਨੂੰ ਸਰਟੀਫਿਕੇਟ ਵੀ ਦੇ ਦਿੱਤੇ ਗਏ। ਫਿਰ ਜਿਹੜਾ ਸਮਾਨ ਉਹਨੇ ਭੇਟ ਕੀਤਾ ਸੀ ਉਹਦੀ ਪੜਤਾਲ ਕਰਾਈ ਗਈ ਤੇ ਸੋਨੇ ਦੇ ਪਾਰਖੂਆਂ ਨੇ ਆਖਿਆ ਕਿ ਇਹਦੇ ਵਿੱਚ ਤਾਂ ਸੋਨਾ ਹੈ ਨਹੀਂ, ਹੀਰੇ ਜਿਹੜੇ ਆਖੇ ਉਹ ਹੈ ਨਹੀਂ, ਤੁਸੀਂ ਕਹਿੰਦੇ 6-7 ਕਰੋੜ ਦਾ ਮਾਲ ਹੈ। ਇਹ ਤਾਂ ਮਸਾਂ 6-7 ਤੋਲੇ ਬਣਦੇ ਆ, ਕਿੱਥੇ 6-7 ਕਰੋੜ ਤੇ ਕਿੱਥੇ 3-4-5 ਲੱਖ ਰੁਪਏ ਦਾ ਮਾਲ ਦੇ ਕੇ ਤੇ ਇੰਨਾ ਡਰਾਮਾ ਕੀਤਾ ਜਾ ਰਿਹਾ। ਇਹ ਕੀ ਹੈ ਜੀ? ਇਹਦੇ ਤੋਂ ਦਾਨ ਦੇਣ ਵਾਲੇ ਤੇ ਦਾਨ ਦਿਵਾਉਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਤੇ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ, ਇਹਨਾਂ ਦੋਵਾਂ 'ਚ ਵਿਵਾਦ ਛਿੜ ਪਿਆ। ਉਹ ਆਖੇ ਮੈਂ ਸਭ ਕੁਝ ਦਿੱਤਾ ਸੀ, ਜਥੇਦਾਰ ਨੂੰ ਪਤਾ, ਉਹ ਜਥੇਦਾਰ ਆਖੇ ਜੀ ਇਹਨੇ ਦੇ ਦਿੱਤਾ ਸੀ ਪਰ ਅਸੀਂ ਬਗੈਰ ਪਰਖੇ ਤੋਂ ਰੱਖ ਲਿਆ, ਹੁਣ ਪਰਖ ਕਰਾਈ ਆ ਤੇ ਗਲਤ ਨਿਕਲਿਆ ਜੀ। ਇਹ ਕਹਿੰਦਾ ਜੀ ਪਰਖ ਕਰਾਉਣੀ ਸੀ ਉਦੋਂ ਕਰਾਉਂਦੇ, ਮੇਰੇ ਕੋਲ ਤਾਂ ਆ ਉਹਨਾਂ ਸਰਾਫਾਂ ਦੀਆਂ ਸੋਨੇ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਰਸੀਦਾਂ ਨੇ, ਔਰ ਬੜੇ ਸਟੈਂਡਰਡ ਦੇ ਨੇ ਉਹ ਸੋਨੇ ਦਾ ਕਾਰੋਬਾਰ ਕਰਨ ਵਾਲੇ, ਉਹ ਗਲਤ ਰਸੀਦਾਂ ਥੋੜ੍ਹੀਆਂ ਦੇ ਸਕਦੇ ਆ। ਅੱਗੋਂ ਤਖਤ ਸਾਹਿਬ ਦੀ ਕਮੇਟੀ ਜਿਨ੍ਹਾਂ ਨੇ ਜਾਂਚ ਕਰਵਾਈ, ਜਿਹਦੇ ਵਿੱਚ ਉੱਥੋਂ ਦੇ ਤੋਸ਼ਾਖਾਨੇ ਯਾਨੀ ਖਜ਼ਾਨੇ ਦਾ ਜਿਹੜਾ ਇੰਚਾਰਜ ਆ ਉਹ ਵੀ ਹੈ, ਉਹਨਾਂ ਸਾਰਿਆਂ ਨੇ ਆਖਿਆ ਜੀ ਅਸੀਂ ਵੀ ਇੱਥੋਂ ਦੇ ਜੌਹਰੀਆਂ ਤੋਂ ਪੜਤਾਲ ਕਰਾਈ ਹੈ ਤੇ ਇਹ 'ਚ ਨਿਕਲਿਆ ਕੱਖ ਨਹੀਂ ਜੀ। ਫਿਰ ਇਹਦੇ ਦੌਰਾਨ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਰੇ ਮਸਕਾਨ ਤੇ ਇਹ ਦੋਸ਼ ਲਾਤਾ ਕਿ ਉਹਨੇ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ, ਉਹਨੂੰ ਮੇਰੇ ਹਸਪਤਾਲ ਲਿਆਂਦਾ, ਉੱਥੇ ਆ ਕੀਤਾ ਉਹ ਕੀਤਾ। ਅੱਗੋਂ ਜਿੰਨੀਆਂ ਕਹਾਣੀਆਂ ਨੇ ਜੀ ਉਹ ਸੁਣੀਆਂ ਨਹੀਂ ਜਾਂਦੀਆਂ, ਸੁਣਾਈਆਂ ਨਹੀਂ ਜਾਂਦੀਆਂ। ਇਹਦੇ ਤੋਂ ਬਾਅਦ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਇਹਦੇ ਵਿੱਚ ਉੱਥੋਂ ਦੇ ਤਖਤ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਉੱਤੇ ਦੋਸ਼ ਲਾਏ ਤੇ ਹਿੱਤ ਸਾਹਿਬ ਨੇ ਜਵਾਬੀ ਵੀਡੀਓ ਜਿਹੜੀ ਜਾਰੀ ਕੀਤੀ ਉਹ ਇੰਨੀ ਕੌੜੀ ਸ਼ਬਦਾਵਲੀ ਵਾਲੀ ਸੀ ਕਿ ਉਹਦਾ ਜ਼ਿਕਰ ਕਰਨਾ, ਚਲੋ ਹੁਣ ਹਿੱਤ ਹੋਰੀ ਰਹਿ ਨਹੀਂ, ਮੈਂ ਉਹਦੀ ਗੱਲ ਨਹੀਂ ਕਰਦਾ, ਉਹਨੂੰ ਛੱਡ ਦਿੰਦਾ ਜੀ। ਉੱਦਾਂ ਇਹ ਹੈ ਕਿ ਇਸ ਤਖਤ ਸਾਹਿਬ ਤੇ ਇਹਦੇ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਜਥੇਦਾਰ ਹੁੰਦੇ ਸੀ, ਉਹਨਾਂ ਦੇ ਉੱਤੇ ਵੀ 2 ਔਰਤਾਂ ਰੱਖਣ ਦਾ ਦੋਸ਼ ਲੱਗਾ ਸੀ। 87 ਲੱਖ ਰੁਪਏ ਵਿਦੇਸ਼ ਤੋਂ ਲਿਆ ਕੇ ਲੁਕਾ ਲੈਣ ਦਾ ਦੋਸ਼ ਲੱਗਾ ਸੀ। 10ਵੇਂ ਗੁਰੂ ਸਾਹਿਬ ਦਾ ਜਨਮ ਸਥਾਨ, 10ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਚੱਲਦਾ ਪਿਆ ਸੀ। ਸਟੇਜ ਦੇ ਉੱਤੇ ਜਥੇਦਾਰ ਇਕਬਾਲ ਸਿੰਘ ਤੇ ਗੁਰਦੁਆਰਾ ਕਮੇਟੀ ਵਾਲੇ ਆਪੋ ਵਿੱਚ ਲੜ ਪਏ, ਕਿਰਪਾਨਾਂ ਚੱਲ ਗਈਆਂ ਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਦਾ ਸਿਰ ਪਾਟ ਗਿਆ। ਦਸਤਾਰ ਉਹਦੀ ਪੈਰਾਂ 'ਚ ਖਿਲਰੀ, ਸੜਕ ਤੇ ਰੁਲਦੀ ਜਾਵੇ ਤੇ ਜਾ ਕੇ ਥਾਣੇ 'ਚ ਮੁਨਸ਼ੀ ਦੇ ਅੱਗੇ ਬਹਿ ਗਿਆ ਸੀ, ਮੇਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪਰਚਾ ਦਰਜ ਕਰੋ। ਫਿਰ ਉਹਨੇ ਅਦਾਲਤ ਤੋਂ ਜਾ ਕੇ ਤੇ ਆਪਣੀ ਜਥੇਦਾਰੀ ਵਾਸਤੇ ਸਟੇ ਵੀ ਲੈ ਲਿਆ ਸੀ, ਜਦ ਕਿ ਤਖਤਾਂ ਦੇ ਜਥੇਦਾਰ ਦੁਨਿਆਵੀ ਅਦਾਲਤਾਂ 'ਚ ਕਹਿੰਦੇ ਅਸੀਂ ਜਾਣਾ ਨਹੀਂ, ਲੋੜ ਪਈ ਤੋਂ ਚਲੇ ਵੀ ਜਾਂਦੇ ਨੇ ਜੀ। ਇਹ ਜੋ ਕੁਝ ਹੁੰਦਾ ਪਿਆ ਇਹ ਸਾਰਾ ਕੁਝ ਦੱਸਦਾ ਹੈ ਕਿ ਸਿੱਖ ਪੰਥ ਦੇ ਵਿੱਚ ਬੜੀਆਂ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇਹਨਾਂ 'ਚ ਹੁਣ ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ ਰਹਿ ਗਿਆ, ਇਹੋ ਜਿਹੀਆਂ ਧਾਰਮਿਕ ਪਦਵੀਆਂ ਤੇ ਆ ਕੇ ਵੀ ਤਮਾ ਛੱਡਦੀਆਂ ਨੇ, ਲਾਲਚ ਛੱਡਦੀਆਂ ਨੇ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਥੇਦਾਰੀ ਤੋਂ ਬਾਅਦ ਜਦੋਂ ਜਥੇਦਾਰ ਸੀ ਉਹ ਕਹਿੰਦੇ ਸੀ ਅਸੀਂ ਅਕਾਲ ਪੁਰਖ ਦੇ ਤਖਤ ਦੇ ਜਥੇਦਾਰ ਹਾਂ, ਸਾਨੂੰ ਹੋਰ ਕੋਈ ਤਮਾ ਨਹੀਂ। ਤੇ ਬਾਅਦ 'ਚ ਉਹਨਾਂ ਨੂੰ ਪਾਰਲੀਮੈਂਟ ਦੀਆਂ ਚੋਣਾਂ ਲੜਦਿਆਂ ਤੇ ਜਿੱਤਦਿਆਂ, ਅਸੈਂਬਲੀ ਦੀਆਂ ਚੋਣਾਂ ਲੜਦਿਆਂ ਜਿੱਤਦਿਆਂ ਤੇ ਹਾਰਦਿਆਂ, ਇੱਥੋਂ ਤੱਕ ਕਿ ਇੱਕ ਜਣੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਦਿਆਂ ਵੀ ਵੇਖਿਆ ਸੀ। ਇਹਦੇ ਉੱਤੇ ਲੱਗਦਾ ਕਿ ਇਹਨਾਂ ਥਾਵਾਂ ਤੇ ਆਉਣ ਤੋਂ ਬਾਅਦ ਵੀ ਇਹ ਬੰਦੇ ਅੰਦਰੋਂ ਕੁਛ ਬਾਹਰੋਂ ਕੁਛ ਹੈ, ਜਿਹੜੀ ਧਾਰਮਿਕਤਾ ਦਾ ਵਿਖਾਵਾ ਕਰਦੇ ਆ
ਉਹ ਧਾਰਮਿਕਤਾ ਹੁੰਦੀ ਨਹੀਂ। ਅਫਸੋਸ ਦੀ ਗੱਲ ਹੈ ਜੀ। ਅੱਛਾ ਪੰਨੂ ਸਾਹਿਬ, ਇੱਕ ਅਗਲੀ ਖਬਰ ਲੈਣਾ ਚਾਹਾਂਗੇ। ਉਹ ਖਬਰ ਬੜੀ ਚਰਚਾ 'ਚ ਅੱਜ ਸਵੇਰ ਦੀ ਕਿ NIA ਨੇ ਗੈਂਗਸਟਰਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਇਹ ਅਚਾਨਕ ਸਰਗਰਮੀ ਹੈ ਜਾਂ ਫਿਰ ਇੱਕ ਨੀਤੀ ਤਹਿਤ ਕੀਤੀ ਹੋਈ ਸਰਗਰਮੀ ਹੈ? ਕਿਵੇਂ ਮੰਨਦੇ ਹੋ, ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ? ਦੇਖੋ, ਜਿਨ੍ਹਾਂ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ, ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਇੰਨਾ ਖਿਲਾਰਾ ਪੈ ਜਾਣਾ। ਉਸ ਖਿਲਾਰੇ 'ਚ ਪੰਜਾਬ ਦੀ ਨਵੀਂ ਸਰਕਾਰ ਦਾ ਚਿਹਰਾ ਵੀ ਖਰਾਬ ਹੋਇਆ ਸ਼ੁਰੂ 'ਚ। ਉਸ ਤੋਂ ਬਾਅਦ ਇਹਨਾਂ ਸਰਗਰਮੀ ਕੀਤੀ। ਇਸ ਵੇਲੇ 8-9 ਸੂਬਿਆਂ ਦੀ ਪੁਲਿਸ ਲੱਗੀ ਹੈ ਤੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਜਿਹੜੀ ਅੱਤਵਾਦ ਨੂੰ ਡੀਲ ਕਰਦੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA, ਉਹ ਵੀ ਲੱਗੀ ਹੋਈ ਹੈ ਜੀ। ਜਦੋਂ ਇਹ ਜਾਂਚ ਸ਼ੁਰੂ ਹੋਈ ਸੀ, ਕੋਈ ਕੱਢ ਕੇ ਵੇਖ ਲਵੇ, ਮੈਂ ਪਹਿਲੇ ਹਫ਼ਤੇ ਇੱਕ ਗੱਲ ਆਖੀ ਸੀ ਕਿ ਮਾਮਲਾ ਉਸ ਪੁਰਾਣੇ ਸਵੈਟਰ ਵਰਗਾ ਬਣ ਗਿਆ ਜਿਹੜਾ ਰੈਡੀਮੇਡ ਸਵੈਟਰਾਂ ਤੋਂ ਪਹਿਲਾਂ ਸਾਡੀਆਂ ਮਾਵਾਂ ਸਿਲਾਈਆਂ ਨਾਲ ਉਣਦੀਆਂ ਹੁੰਦੀਆਂ ਸੀ। ਉਹਨਾਂ ਸਵੈਟਰਾਂ ਦੀ ਖਾਸ ਗੱਲ ਇਹ ਸੀ ਕਿ ਇੱਕ ਪਾਸੇ ਤੋਂ ਧਾਗਾ ਟੁੱਟ ਜਾਵੇ, ਖਿੱਚ ਦਿਓ ਤੇ ਉੱਨ ਦਾ ਧਾਗਾ ਖਿੱਚਦਿਆਂ ਸਾਰਾ ਸਵੈਟਰ ਉੱਧੜ ਜਾਂਦਾ ਸੀ। ਇਹ ਸਿੱਧੂ ਮੂਸੇਵਾਲੇ ਦਾ ਕਤਲ ਮੈਂ ਉਦੋਂ ਆਖਿਆ ਸੀ, ਲੱਗਦਾ ਕਿ ਗੈਂਗਸਟਰਾਂ ਦਾ ਸਾਰਾ ਸਵੈਟਰ ਦੇੜ ਦੂਗਾ ਜੀ। ਉਹਦੇ ਤੋਂ ਬਾਅਦ 1 ਫੜ, 2 ਫੜ, 3 ਫੜ, 4 ਫੜ, 2 ਜਣੇ ਮੁਕਾਬਲੇ 'ਚ ਮਾਰੇ ਗਏ। ਹੁਣ ਤੱਕ 35-40 ਜਣੇ ਫੜੇ ਗਏ ਔਰ ਪਤਾ ਲੱਗ ਗਿਆ ਕਿ ਜਿਹੜੇ 1-2 ਕੈਨੇਡਾ 'ਚ, ਜਰਮਨੀ 'ਚ, ਪਾਕਿਸਤਾਨ 'ਚ ਬੈਠੇ ਆ, ਉਹਨਾਂ 'ਚੋਂ ਪਾਕਿਸਤਾਨ ਵਾਲਿਆਂ ਨੂੰ ਤਾਂ ਕੋਈ ਮੰਗਾ ਨਹੀਂ ਸਕਦਾ ਤੇ ਦੂਸਰਿਆਂ ਵਾਸਤੇ ਜਿਹੜੀ ਹਵਾਲਗੀ ਸੰਧੀ ਆ ਉਹਨੂੰ ਵਰਤ ਕੇ ਉਹਨਾਂ ਨੂੰ ਲਿਆਉਣ ਦੇ ਯਤਨ ਹੋ ਰਿਹਾ ਜੀ। ਲਗਾਤਾਰ ਗੈਂਗਸਟਰ ਫੜੇ ਜਾ ਰਹੇ, ਉਹਨਾਂ ਦੇ ਘਰਾਂ ਤੇ ਛਾਪੇ ਮਾਰੇ ਜਾ ਰਹੇ, ਉਹਨਾਂ ਨੂੰ ਪਨਾਹ ਦੇਣ ਵਾਲੇ ਫੜੇ ਜਾ ਰਹੇ ਆ। ਇਹ ਇਸ ਤਰ੍ਹਾਂ ਦੀ ਸਰਗਰਮੀ ਆ ਜਿਹਦੇ ਵਿੱਚ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਸਾਰਿਆਂ ਦੀ ਪੁਲਿਸ ਇਕੱਠੀ ਲੱਗੀ ਆ ਤੇ ਹੁਣ ਨਾਲ ਅੱਜ NIA ਵੀ ਲੱਗ ਗਈ ਆ। ਇਹ ਛਾਪੇ ਇਕੱਲੇ ਪੰਜਾਬ 'ਚ ਨਹੀਂ ਵੱਜੇ ਜੀ, ਇਹ ਛਾਪੇ ਹਿੰਦੁਸਤਾਨ ਦੇ ਕਈ ਸੂਬਿਆਂ 'ਚ ਇੱਕੋ ਦਿਨ ਵੱਜੇ ਆ ਔਰ ਸਾਰੇ ਦੇ ਸਾਰੇ ਛਾਪੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੇ ਨਹੀਂ ਵੱਜੇ, ਉਹਨਾਂ ਗੈਂਗਾਂ ਤੇ ਵੱਜੇ ਆ ਜਿਹੜੇ ਸਿੱਧੂ ਮੂਸੇਵਾਲਾ ਦਾ ਕਤਲ ਵੀ ਕਰਨਾ ਚਾਹੁੰਦੇ ਸੀ ਤੇ ਜਿਹੜੇ ਫਿਲਮ ਸਟਾਰ ਸਲਮਾਨ ਖਾਨ ਦੀ ਰੈਕੀ ਵੀ ਕਰ ਚੁੱਕੇ ਸੀ, ਉਹਨੂੰ ਵੀ ਮਾਰਨਾ ਚਾਹੁੰਦੇ ਸੀ। ਜੇ ਇਹ ਇਸੇ ਤਰ੍ਹਾਂ ਛਾਪੇ ਚੱਲਦੇ ਰਹੇ, 8 ਸੂਬਿਆਂ ਦੀ ਪੁਲਿਸ ਵੀ ਨਾਲ ਲੱਗੀ ਰਹੀ। ਅਜੇ ਤੱਕ ਪੰਜਾਬ ਪੁਲਿਸ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਦੀਆਂ 8 ਸੂਬਿਆਂ ਦੀ, ਖਾਸ ਕਰਕੇ ਦਿੱਲੀ ਦੀ ਜਾਂ ਮਹਾਰਾਸ਼ਟਰ ਦੀ, ਇਹਨਾਂ ਦੀ ਪੁਲਿਸ 'ਚੋਂ ਕਿਸੇ ਦਾ ਇੱਕ ਦੂਸਰੇ ਨਾਲ ਕੋਈ ਮਤਭੇਦ ਨਹੀਂ ਉੱਭਰਿਆ। ਸਾਰੇ ਇੱਕ ਦੂਸਰੇ ਨਾਲ ਤਾਲਮੇਲ ਕਰਕੇ ਚੱਲਦੇ ਪਏ ਨੇ। ਕਿਸੇ ਥਾਂ ਤੇ ਕਾਂਗਰਸੀ ਸਰਕਾਰ ਆ, ਕਿਸੇ ਥਾਂ ਤੇ ਆਮ ਆਦਮੀ ਪਾਰਟੀ ਦੀ, ਕਿਸੇ ਥਾਂ ਤੇ ਭਾਜਪਾ ਦੀ, ਕਿਤੇ ਕਿਸੇ ਹੋਰ ਦੀ, ਔਰ ਸਾਰਿਆਂ ਥਾਵਾਂ ਤੇ ਰਾਜਨੀਤੀ ਨੂੰ ਲਾਂਭੇ ਰੱਖ ਕੇ ਇਸ ਕੇਸ 'ਚ ਪੁਲਿਸ ਜਿੱਦਾਂ ਮਿਲ ਕੇ ਚੱਲ ਰਹੀ ਆ। ਮੈਨੂੰ ਲੱਗਦਾ ਕਿ ਇਹ ਗੈਂਗਸਟਰ ਸਿੱਧੂ ਮੂਸੇਵਾਲੇ ਦਾ ਕਤਲ ਕਰਕੇ ਇੱਕ ਇਹੋ ਜਿਹੀ ਗਲਤੀ ਕਰ ਬੈਠੇ ਆ ਜਿਹੜੀ ਹੋ ਸਕਦਾ ਕਿ ਸਾਡੇ ਸਮਾਜ ਦੇ ਵਿੱਚੋਂ ਗੈਂਗਸਟਰਾਂ ਦੇ ਸਫਾਈ ਵਾਲੀ ਥਾਂ ਤੱਕ ਲੈ ਜਾਵੇ। ਜਿੱਦਾਂ ਸਾਰੀਆਂ ਏਜੰਸੀਆਂ ਵੀ ਤੇ ਸਾਰਿਆਂ ਥਾਵਾਂ ਦੀ ਪੁਲਿਸ ਵੀ ਇਕੱਠੀ ਪੈ ਗਈ ਆ। ਲੋਕ ਵੀ ਹੈਰਾਨ ਨੇ ਕਿ ਖਿਲਾਰਾ ਇੱਥੋਂ ਤੱਕ ਸੀ, ਸਾਨੂੰ ਪਤਾ ਹੀ ਨਹੀਂ। ਇੱਕੋ ਵਕਤ ਕਿੰਨੇ ਸਾਰੇ ਗੈਂਗ ਜਿਹੜੇ ਆ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਜੀ। ਅੱਛਾ ਪੰਨੂ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਉਹ ਖਬਰ ਹੈਗੀ ਹੈ ਜੀ ਗਿਆਨਵਾਪੀ ਮਸਜਿਦ ਦੇ ਨਾਲ ਜੁੜੀ ਹੋਈ ਮਾਮਲਾ ਹੈਗਾ ਤੇ ਅੱਜ ਉਹਦੀ ਸੁਣਵਾਈ ਹੋਈ ਹੈ ਕੇਸ ਦੇ ਵਿੱਚ ਤੇ ਫੈਸਲਾ ਵੀ ਆ ਗਿਆ ਹੈਗਾ ਤੇ ਉਹ ਫੈਸਲਾ ਹਿੰਦੂਆਂ ਦੇ ਪੱਖ ਦੇ ਵਿੱਚ ਆਇਆ। ਇਹ ਪੂਰਾ ਮਸਲਾ ਹੈ ਕੀ ਸੀ ਤੇ ਇਹਦੀ ਹਿਸਟਰੀ ਕੀ ਸੀ ਤੇ ਹੁਣ ਇਸ ਦੇ ਕੀ ਅਸਰ ਪੈ ਸਕਦੇ ਨੇ, ਇਹ ਸਮਝਾਇਓ। ਵਾਰਾਣਸੀ ਦੇ ਵਿੱਚ ਗਿਆਨਵਾਪੀ ਮਸਜਿਦ ਆ, ਉਹਦੇ ਨਾਲ ਹੀ ਮੰਦਿਰ ਆ। ਹਿੰਦੂ ਧਰਮ ਵਾਲੇ ਕਹਿੰਦੇ ਆ ਕਿ ਇੱਥੇ ਸਾਡੇ ਭਗਵਾਨ ਸ਼ਿਵ ਦਾ ਮੰਦਿਰ ਹੈ। ਦੂਸਰੇ ਪਾਸੇ ਮੁਸਲਮਾਨ ਕਹਿੰਦੇ ਸਾਡੀ ਮਸਜਿਦ ਹੈ ਜੀ। ਇਹਦੀ ਇੱਕ ਅਰਜੀ ਦਿੱਤੀ ਗਈ। ਅਰਜੀ ਦੇ ਉੱਤੇ ਅਜੇ ਮਿਸ਼ਰਾ ਨਾਂ ਦਾ ਕਮਿਸ਼ਨ ਅਪਾਇੰਟ ਕੀਤਾ ਗਿਆ। ਉਹਦੇ ਨਾਲ 2 ਜਣੇ ਹੋਰ ਲਾਏ ਗਏ। ਫਿਰ ਉਹਨਾਂ ਦੇ ਉੱਤੇ ਅਜੇ ਮਿਸ਼ਰਾ ਤੇ ਪੱਖਪਾਤ ਦੇ ਦੋਸ਼ ਲੱਗ ਗਏ। ਉਹਨੇ ਆਖਿਆ ਨਾਲ ਦੇ ਕਮਿਸ਼ਨਰ ਹਟਾਉਣੇ ਆ, ਨਾਲ ਦਿਆਂ ਨੇ ਉਹਦੀ ਸ਼ਿਕਾਇਤ ਕਰਤੀ, ਅਜੇ ਮਿਸ਼ਰਾ ਨੂੰ ਹਟਾ ਦਿੱਤਾ ਗਿਆ। ਫਿਰ ਸਰਵੇਖਣ ਕਰਾਇਆ ਗਿਆ। ਸਰਵੇਖਣ ਦੇ ਵਿੱਚ ਇੱਕ ਚਬੱਚਾ ਨਿਕਲਿਆ। ਚਬੱਚੇ ਦੇ ਵਿੱਚੋਂ ਇੱਕ ਇਹੋ ਜਿਹੀ ਚੀਜ਼ ਨਿਕਲੀ ਜਿਹਨੂੰ ਕੁਝ ਲੋਕ ਕਹਿੰਦੇ ਆ ਕਿ ਵੀਤਨਾਮ ਵਾਲੀ ਫੋਟੋ ਆ ਤੇ ਕੁਝ ਕਹਿੰਦੇ ਆ ਨਹੀਂ ਜੀ ਸ਼ਿਵਲਿੰਗ ਹੈ ਜੀ। ਮੁਸਲਮਾਨ ਕਹਿੰਦੇ, ਹਿੰਦੂ ਕਹਿੰਦੇ ਆ ਜੀ ਉੱਥੇ ਸ਼ਿਵਲਿੰਗ ਆ, ਸਾਨੂੰ ਉਹਦੀ ਲਗਾਤਾਰ ਪੂਜਾ ਦਾ ਹੱਕ ਮਿਲਣਾ ਚਾਹੀਦਾ। ਮੁਸਲਮਾਨ ਸਮਝਦੇ ਆ ਕਿ ਜੇ ਪੂਜਾ ਦਾ ਹੱਕ ਮਿਲ ਗਿਆ ਤੇ ਹੌਲੀ ਹੌਲੀ ਇਹ ਕਬਜ਼ਾ ਕਰ ਜਾਣਗੇ। ਇਸ ਕਰਕੇ ਉਹ ਕਹਿੰਦੇ ਜੀ ਇਸ ਮਾਮਲੇ 'ਚ ਅਸੀਂ ਢਿੱਲ ਦੇਣ ਨੂੰ ਤਿਆਰ ਨਹੀਂ, ਇੱਥੇ ਪੂਜਾ ਦਾ ਹੱਕ ਨਹੀਂ ਮਿਲਣਾ ਚਾਹੀਦਾ। ਇਹਦੇ ਉੱਤੇ ਅਦਾਲਤ ਵਿੱਚ ਜ਼ਿਲ੍ਹਾ ਪੱਧਰ ਤੇ ਸੁਣਵਾਈ ਚੱਲਦੀ ਸੀ। ਉਸ ਸੁਣਵਾਈ ਨੂੰ ਰੋਕਣ ਵਾਸਤੇ ਕਿ ਜੱਜ ਸਾਹਿਬ ਇਹੋ ਜਿਹਾ ਫੈਸਲਾ ਕੋਈ ਕਰ ਨਾ ਦਿੰਦੇ ਹੋਣ,
जे एक बारी कोई कर देवे फिर फैसले ते फैसला हो जाता। उन्होंने उत्थे अर्जी दी कि सुनवाई नहीं होनी चाहिए, जज साहब ने आख्या मैं तो करनी है। वो हाई कोर्ट गए, हाई कोर्ट ने आख्या असीं रोकनी नहीं। फिर सुप्रीम कोर्ट चले गए, सुप्रीम कोर्ट ने सारिया तरह की बहस सुनी। मुसलमान कहते हैं कि 1991 च प्लेसिस ऑफ वर्शिप एक्ट पास होया सी, पूजा के स्थानों बारे कानून। ਉਹਦੇ मुताबिक 1947 ਵਿੱਚ जिथे ਜਿਹੜੇ धर्म का कोई धर्म स्थान है उस तरह रहेगा, उन्हें छेड़िया नहीं जा सकता। ये सानू भी पता कि 1991 ਦੇ ਵਿੱਚ ਸਤੰਬਰ 'ਚ दूजे हफ्ते च एक कानून पास होया सी ते ਇਹਦਾ मतलब बाबरी मस्जिद ਨੂੰ ਬਚਾਉਣ ਨਾਲ नहीं सी, ਇਹ ਸੀ कि बाबरी मस्जिद तो बाद होर ना ਢਾਉਣੇ शुरू कर देण। ਉਹਦੇ ਵਿੱਚ भी लिखा गया सी कि बाबरी मस्जिद का मसला क्योंकि अदालत ਵਿੱਚ है ਉਹਦੇ ਉੱਤੇ इस कानून का असर नहीं होगा, बाकी सारे भारत ਵਿੱਚ ਮੰਨਿਆ ਜਾਵੇਗਾ। पर भारत ਵਿੱਚ धर्म के नाम के उत्ते कानूनों ਨੂੰ ਮੰਨਦਾ कौन है? जिसकी लाठी उसकी भैंस, जिहदे कोल बंदे चार वाध्या दूसरे नूं अगे लाई फिरदा। इत्थे भी इस कानून नूं चैलेंज किया गया। कानून दे उस पैरिਆਂ ਨੂੰ छड्ड के फिर अदालत ਵਿੱਚ सुनवाई हुई। अखीर अज सुप्रीम कोर्ट ने कहता कि उत्थे कल नूं मंदिर निकले तो मंदिर सही, ना निकले तो मस्जिद सही, पर पूजा करन देनी है कि नहीं देनी, इस मामले जिला पद्धर की अदालत जिहड़ी सुनवाई करती पई, सुनवाई करन दा उहनूं हक है, उन्होंने सुनवाई करन तो नहीं रोकया जा सकता। कल नूं जो सुनवाई करेगी वो फैसला बाद विच उहनूं चैलेंज किया जा सकता। यानी सुप्रीम कोर्ट ने हिंदू पक्ष दे विच फैसला नहीं दिता, हिंदू पक्ष के केस की सुनवाई करन दा फैसला दिता है कि जे जिला पद्धर की अदालत सुनवाई करना चाहे तो कर सकती है, सुनवाई तो फैसला देने तो उन्होंने नहीं रोकया जा सकता। फैसला जो भी आवे उन्होंने कल नूं चैलेंज किया जा सकता है। जी, धारा 370 कदे बहाल नहीं होवेगी। पन्नू साहब ये बयान दिता है गुलाम नबी आजाद ने, इस बयान के तुसीं सियासी मायने की देखते हो? ये बयान देने की उन्होंने जरूरत क्यों पै गई? गुलाम नबी आजाद बहुत सीनियर कांग्रेसी लीडर हुंदा सी। अजे पिछले साल तक, इस साल के शुरू तक भी पार्लीमेंट के उपरले हाउस राज सभा चो कांग्रेस का लीडर सी ते आपोजिशन का लीडर सी जी। जम्मू कश्मीर का साबका मुख्यमंत्री है ते कांग्रेस ने मुख्यमंत्री बनने का मौका दिता सी। जदों अज तो कोई 3 साल पहला उत्थे धारा 370 तोड़ी गई, उदों इहो गुलाम नबी आजाद सी जिन्हें पार्लीमेंट च खलो के भाजपा सरकार नूं पानी पी पी कोसिया सी। इन्हें कहा तुसीं कल्ली धारा 370 थोड़ा तोड़ी है, तुसीं ते साडी जम्मू कश्मीर स्टेट भी तोड़ दित्ती। इनू पहलां तोड़ के इहदे चों लद्दाख ते कारगिल दे इलाके वखरे कढ दित्ते, फिर बाकी जिहड़ी जम्मू कश्मीर स्टेट सी उहनूं तोड़ के स्टेट भी नहीं रहण दित्ता, तुसीं उहनूं यूनियन टैरीटरी बनाता। तुसीं इहदे पल्ले छड्डिया की है? उदों ही उहदे खिलाफ विरोध का मोर्चा लाउण वालियां चों सी, पर हौली हौली हुण वो इस गल ते आ गया कि धारा 370 जो हो गया सो हो गया, जिहड़ा पानी पुलां थल्लों वग गया वापस नहीं आउणा। उत्थे एक गुपकार अंदोलन चलदा। गुपकार असल च श्रीनगर च एक गुपकार रोड आ जिहदे ते साबका मुख्यमंत्री फारूक अब्दुल्ला ते उहदे पुत्र दे बंगले भी आ ते साबका मुख्यमंत्री महबूबा मुफ्ती दा बंगला भी आ। उस गुपकार रोड के नाम ते गुपकार अंदोलन चलदा है कि असी धारा 370 वापस कराउणी है ते जम्मू कश्मीर का स्पैशल दर्जा जिद्दां सी उस तरह असी एक बारी फिर वापस कराउणा। वो बथेरा लोगों नूं अगे आखी जांदे असी आ करना आ करना आ करना। गुलाम नबी आजाद ने हकीकतां नूं समझ के लोगों नूं यह कहता कि जो मर्जी तुहानूं ये लोग कही जाण, ये सारे लीडर रल जाण, जो कुछ हो गया तो हुण पछाण नूं मोड़ा नहीं कटवा सकते। अगले पासे प्रधानमंत्री नरेंद्र मोदी की सरकार है। कुछ लोग ये कहते हैं कि गुलाम नबी आजाद अंदर खाते प्रधानमंत्री नरेंद्र मोदी ते उन्हां दी पार्टी नाल मिल के खेडदा भी हो सकदा। वो इस करके भी गुलाम नबी आजाद ने जदों रिटायर होना सी ते प्रधानमंत्री नरेंद्र मोदी ने गुलाम नबी आजाद दीयां सिफतां बहुत कीतियां सी। उन्हां सिफतां तो बाद फिर इहनूं पद्म भूषण का खिताब भी दिता गया सी। फिर उहदे तो बाद इन्हें कांग्रेस पार्टी छड्डी ते उदों तो यह समझिया जांदा सी कि अंदर खाते की किसी खेड दे विच इह बंदा हौली हौली भाजपा नाल मिल के चलण वाले पासे नूं भी तुर सकदा। हुण हालात जिधर नूं जांदे पए आ, राजनीति दे विच कोई किसी का सका नहीं हुंदा, कोई किसी का भरोसा नहीं कर सकता। यही गुलाम नबी आजाद 2-3 दहाकियां तक 4 दहाकियां तक
ਕਾਂਗਰਸ ਪਾਰਟੀ ਦਾ ਤੇ ਕਾਂਗਰਸ ਪਾਰਟੀ ਦੇ ਵਿੱਚ ਨਹਿਰੂ ਗਾਂਧੀ ਪਰਿਵਾਰ ਦਾ ਬਹੁਤ ਵਫਾਦਾਰ ਗਿਣਿਆ ਜਾਣ ਵਾਲਿਆਂ ਵਿੱਚੋਂ ਸੀ। ਉਹੀ ਹੁਣ ਬਦਲੇ ਹੋਏ ਹਾਲਾਤ ਦੇ ਵਿੱਚ ਪਿਛਲੇ 3 ਸਾਲਾਂ ਤੋਂ ਗਰੁੱਪ ਆਫ 23 ਲੀਡਰਾਂ ਦਾ ਗਰੁੱਪ ਬਣਾ ਕੇ ਰਾਹੁਲ ਗਾਂਧੀ ਦੇ ਖਿਲਾਫ ਮੋਰਚੇਬੰਦੀ ਕਰਦਾ ਪਿਆ ਔਰ ਕਹਿੰਦਾ ਇਹ ਆ ਕਿ ਸੋਨੀਆ ਗਾਂਧੀ ਉਹਦਾ ਪੁੱਤਰ ਤੇ ਧੀ ਰਲ ਕੇ ਕਾਂਗਰਸ ਪਾਰਟੀ ਦਾ ਪੱਠਾ ਬਿਠਾਈ ਜਾਂਦੇ ਆ। ਜੇ ਪਾਰਟੀ ਬਚਾਉਣੀ ਆ ਤੇ ਇਹਨਾਂ ਨੂੰ ਸਾਰੇ ਟੱਬਰ ਨੂੰ ਪਾਸੇ ਕਰਨਾ ਪਊ। ਉਹ ਜਿਹੜੀ ਖੇਡ ਖੇਡਦੇ ਪਏ ਸੀ ਉਹਦੇ 'ਚ ਹੋਰ ਕੋਈ ਦਾਲ ਗਲੀ ਨਹੀਂ ਤੇ ਉਹਨੂੰ ਪਤਾ ਜੰਮੂ ਕਸ਼ਮੀਰ 'ਚ ਜਿਹੜਾ ਵੀ ਇੱਕ ਉੱਥੋਂ ਦੀ ਰੀਜਨਲ ਪਾਰਟੀ ਬਣਾ ਲੇ ਉਹਨੂੰ ਜੰਮੂ ਕਸ਼ਮੀਰ ਦੇ ਲੋਕ ਹੱਥੀ ਚੁੱਕ ਲੈਂਦੇ ਹੁੰਦੇ ਆ। ਉਹ ਹੁਣ ਇੱਕ ਨਵਾਂ ਤਜਰਬਾ ਕਰਨ ਤੁਰਿਆ। ਅਜੇ ਇਹ ਤਜਰਬਾ ਕਾਮਯਾਬ ਹੁੰਦਾ ਕਿ ਨਹੀਂ ਸਮਾਂ ਦੱਸੇਗਾ, ਪਰ ਚਾਲ ਉਹਨੇ ਬਹੁਤ ਤਗੜੀ ਚੱਲੀ ਆ ਕਿ ਆਪਾਂ ਹੁਣ ਬਾਕੀ ਲੜਾਈਆਂ 'ਚ ਨੁਕਸਾਨ ਕਰਾਉਣਾ ਛੱਡੀਏ, ਇਹ ਮੰਨ ਲਈਏ ਕਿ ਜੋ ਹੋ ਗਿਆ ਸੋ ਹੋ ਗਿਆ। ਧਾਰਾ 370 ਵਾਪਸ ਨਹੀਂ ਆਉਣੀ, ਸਪੈਸ਼ਲ ਦਰਜਾ ਮਿਲਣਾ ਨਹੀਂ। ਇਸ ਦਰਜੇ ਦੇ ਹੁੰਦਿਆਂ ਜੋ ਕਰਨਾ ਉਹਦੇ ਵਾਸਤੇ ਰਾਜਨੀਤੀ ਕਰੀਏ। ਬੜੀ ਚੁਸਤ ਚਾਲ ਆ। ਲੋਕਾਂ ਦੇ ਦਿਲ ਕੀ ਹੰਗਾਰਾ ਹੋਵੇਗਾ ਇਹ ਅਜੇ ਸਮਾਂ ਦੱਸੇਗਾ ਜੀ। ਅੱਛਾ ਪੰਨੂ ਸਾਹਿਬ, ਉਹ ਤਾਂ ਬਿਲਕੁਲ ਸਮਾਂ ਦੱਸੇਗਾ, ਪਰ ਸਮਾਂ ਇਸ ਵੇਲੇ ਇਜਾਜ਼ਤ ਹੋਰ ਅੱਗੇ ਵਧਣ ਦਾ ਨਹੀਂ ਦੇ ਰਿਹਾ। ਤੁਸੀਂ ਆਏ, ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।